Lesson number 6, The Peacock and the Crow They Waste. English practical ਦੀ practice sheet number 4 ਲੈ ਕੇ ਮੈਂ ਹਾਜ਼ਰ ਹਾਂ। Welcome dear students in today's video lesson। ਅੱਜ ਆਪਾਂ ਕਰਨ ਜਾ ਰਹੇ ਹਾਂ ਬੇਟਾ ਲਿਸਨਿੰਗ ਐਂਡ ਸਪੀਕਿੰਗ ਦੀ ਅਗਲੀ ਐਕਟੀਵਿਟੀ ਜਿਹੜੀ ਕਿ ਪ੍ਰੈਕਟਿਸ ਸ਼ੀਟ ਨੰਬਰ 4 ਦੇ ਨਾਮ ਨਾਲ ਤੁਹਾਡੇ ਕੋਲੇ ਆ। ਸੋ ਹੁਣ ਆਪਾਂ ਇਹ ਦੇਖਦੇ ਹਾਂ ਕਿ ਕੀ ਹੈ ਇਹਦੇ ਵਿੱਚ, ਠੀਕ ਹੈ। ਸੋ ਲੈ ਲਓ ਕਾਪੀ ਪੈਨ, ਕਰੋ ਨੋਟ ਆਨਸਰਸ। ਓਕੇ, ਆਡੀਓ ਮੈਂ ਪਲੇ ਕਰਾਂਗੀ। ਦੇਖੋ ਪਹਿਲਾਂ ਲਿਸਨਿੰਗ ਪਾਰਟ ਆ, ਧਿਆਨ ਨਾਲ ਸੁਣਨਾ ਆਡੀਓ ਨੂੰ, ਅਤੇ ਨਾਲ ਹੁੰਦੇ ਜਿਹੜਾ ਆਨਸਰ ਤੁਹਾਨੂੰ ਲੱਗਦਾ ਕਿ ਇਹਦਾ ਇਹ ਆਨਸਰ ਆ ਉਹਨੂੰ ਕਾਪੀ 'ਤੇ ਨੋਟ ਡਾਊਨ ਕਰੀ ਜਾਣਾ। ਏ ਲੱਗਦਾ ਤਾਂ ਏ ਲਿਖ ਲਓ, ਬੀ ਲੱਗਦਾ ਬੀ ਲਿਖ ਲਓ। ਸੋ ਪਹਿਲਾਂ ਹੀ ਨੰਬਰ ਪਾ ਕੇ ਰੱਖ ਲਓ 1 ਤੋਂ ਲੈ ਕੇ 10 ਤੱਕ, ਠੀਕ ਆ। ਆਨਸਰਸ ਜੋ ਲੱਗਦੇ ਨੇ ਉਹਨੂੰ ਨੋਟ ਡਾਊਨ ਕਰੀ ਚੱਲੋ। ਫਿਰ ਐਂਡ 'ਤੇ ਜਦੋਂ ਮੈਂ ਆਨਸਰਸ ਦੱਸਾਂਗੀ ਫਿਰ ਤੁਸੀਂ ਚੈੱਕਆਊਟ ਕਰ ਲੈਣੇ ਕਿ ਤੁਹਾਡੇ ਕਿੰਨੇ ਸਹੀ ਗਏ ਨੇ ਅਤੇ ਦੱਸਾਂ 'ਚੋਂ ਤੁਹਾਨੂੰ ਕਿੰਨੇ ਨੰਬਰ ਆਏ ਨੇ, ਹੈ ਨਾ। ਸੋ ਕਰੀਏ ਸ਼ੁਰੂ। ਲਓ ਸੁਣੋ ਫਿਰ ਆਡੀਓ ਧਿਆਨ ਨਾਲ। Class 6th Listening Test. Dear students, listen to this audio and fill in the blanks with correct options as you listen. Before you listen to the audio, please read the blanks carefully. Now, be attentive and listen to the audio. Chapter The Peacock and the Crow. One day, perching on his tree, the crow saw many peacock feathers on the ground. The feathers looked very beautiful. Seeing those peacock feathers, he got an idea. He collected all the feathers and stuck them into his wings and the tail. He also put a few on his head to look like a peacock. He flew to a river to see his reflection. Wow! Now I look as beautiful as a peacock, he said happily. He felt so proud that he started ignoring his friends. He told them, "Look at my beautiful feathers. I don't belong to you anymore, so stay away from me. Now I am also as beautiful as a peacock," he said to himself. He thought that now he should live among the peacocks. So he went to join the pride of peacocks, but peacocks laughed at him. This is the end of the audio. ਓਕੇ ਡੀਅਰ ਸਟੂਡੈਂਟਸ, ਤੁਸੀਂ ਆਡੀਓ ਸੁਣ ਲਈ ਧਿਆਨ ਨਾਲ। ਆਈ ਹੋਪ ਕਿ ਤੁਸੀਂ ਆਨਸਰਸ ਨੇ ਜਿਹੜੇ ਉਹ ਟਿਕ ਕਰ ਲਏ ਹੋਣੇ ਨੇ ਬੇਟਾ। ਸੋ ਲਓ ਹੁਣ ਆਪਾਂ ਕਰਦੇ ਹਾਂ ਚੈੱਕ, ਠੀਕ ਹੈ। ਚੈੱਕ ਕਰਨ ਲਈ ਮੈਂ ਲੈਣਾ ਪੈਨ। ਓਕੇ, ਮੈਂ ਪੈਨ ਲੈ ਲਿਆ। ਦੇਖੋ ਫਸਟ ਦਾ ਆਨਸਰ ਮੇਰੇ ਅਕੋਰਡਿੰਗ ਕੀ ਹੈ, ਮੈਂ ਵੀ ਸੁਣੀ ਹੈ ਤੁਹਾਡੇ ਨਾਲ ਨਾਲ ਆਡੀਓ, ਹੈ ਨਾ। ਸੋ ਫਸਟ ਦਾ ਉਹਨੇ ਕੀ ਕਿਹਾ ਸੀ, ਕੀ ਦੇਖਿਆ ਸੀ, ਖੰਭ ਦੇਖਿਆ ਸੀ, ਫੈਦਰਸ। ਸੋ ਬੀ ਆਨਸਰ ਆ। ਦੇਖੋ ਤੁਸੀਂ ਵੀ ਬੀ ਲਗਾਇਆ। ਓਕੇ, ਵੈਰੀ ਗੁੱਡ, 1 ਨੰਬਰ ਬਣ ਗਿਆ। ਹੁਣ ਸੈਕਿੰਡ ਦੇਖੋ, ਸੀਇੰਗ ਦੋਜ਼ ਪੀਕੌਕ ਫੈਦਰਸ ਹੀ ਗॉट ਐਨ। ਉਹਨਾਂ ਨੂੰ ਮੋਰ ਦੇ ਖੰਭਾਂ ਨੂੰ ਦੇਖ ਕੇ ਕੀ ਆਇਆ, ਆਈਡੀਆ ਆਇਆ। ਸੋ ਆਈਡੀਆ ਕਿੱਥੇ ਲਿਖਿਆ ਹੋਇਆ, ਇਹ ਰਿਹਾ। ਸੋ ਇਹਦਾ ਆਨਸਰ ਕੀ ਆ, ਏ। ਥਰਡ ਵਨ, ਹੀ ਕਲੈਕਟਡ all the feathers and stuck them into his, ਕਿੱਥੇ ਚਿਪਕੇ ਲਏ ਸੀ ਉਹਨੇ, ਬੋਡੀ 'ਤੇ, ਵਿੰਗਸ 'ਤੇ ਜਾਂ ਟੇਲ 'ਤੇ। ਕਿੱਥੇ ਚਿਪਕੇ ਸੀ ਬੇਟਾ, ਵਿੰਗਸ 'ਤੇ, ਆਪਦੇ ਖੰਭਾਂ ਦੇ ਉੱਤੇ। ਸੋ ਇਹਦਾ ਆਨਸਰ ਵੀ ਕੀ ਹੈ, ਬੀ। ਹੀ ਆਲਸੋ ਪੁੱਟ ਅ ਫਿਊ ਔਨ ਹਿਜ਼ ਹੈਡ ਟੂ ਲੁੱਕ ਲਾਈਕ ਆ, ਕਿਹਦੇ ਵਰਗਾ ਦਿਖਣਾ ਚਾਹੁੰਦਾ ਸੀ ਉਹ, ਕਰੋ ਵਰਗਾ, ਸਪੈਰੋ ਵਰਗਾ ਜਾਂ ਪੀਕੌਕ ਵਰਗਾ, ਪੀਕੌਕ। ਸੋ ਇਹਦਾ ਆਨਸਰ ਆ ਸੀ। ਮੈਨੂੰ ਉਮੀਦ ਆ ਤੁਸੀਂ ਵੀ ਇਹੀ ਲਗਾਇਆ ਹੋਣਾ, ਹੈ ਨਾ। ਸੌਖਾ ਵਾਲਾ ਇਹ, ਹੈ ਨਾ। ਹੀ ਫਲਿਊ ਟੂ ਅ ਰਿਵਰ ਟੂ ਸੀ ਹਿਜ਼, ਉਹ ਉੱਡ ਕੇ ਦੇਖਣ ਗਿਆ ਰਿਵਰ 'ਤੇ। ਕੀ ਦੇਖਣ ਗਿਆ, ਆਪਦੀ ਪਿਕਚਰ, ਆਪਦੀ ਇਮੇਜ ਦਾ ਰਿਫਲੈਕਸ਼ਨ। ਉੱਥੇ ਕੀ ਬੋਲਿਆ ਉਹਨਾਂ ਨੇ, ਰਿਫਲੈਕਸ਼ਨ, ਪਰਛਾਵਾਂ ਦੇਖਣ ਗਿਆ ਆਪਦਾ, ਨਦੀ 'ਚ ਆਪਦੀ ਝਲਕ ਦੇਖਣ, ਹੈ ਨਾ। ਸੋ ਇਹਦਾ ਆਨਸਰ ਆ ਸੀ। ਸੋ ਅਗਰ ਤੁਹਾਡੇ ਸਹੀ ਨੇ ਤਾਂ ਠੀਕਾ ਲਗਾ ਲਓ, ਨਹੀਂ ਸਹੀ ਤਾਂ ਕਰ ਲਓ ਉਹਨੂੰ ਸਹੀ ਬੇਟਾ। ਲਓ ਜੀ ਹੁਣ ਨੈਕਸਟ
ਆਪਾਂ ਚੱਲਦੇ ਹਾਂ 6th ਵੱਲ। ਹਾਂਜੀ 6th ਦਾ ਕੀ ਆਨਸਰ ਸੀਗਾ ਬੇਟਾ? ਕੀ ਲਗਾਇਆ ਤੁਸੀਂ? ਬਿਊਟੀਫੁਲ ਲਾਇਆ, ਵੈਰੀ ਗੁੱਡ, ਬਿਊਟੀਫੁਲ ਹੀ ਹੈ ਫਿਰ, ਉਹ 1 ਨੰਬਰ ਹੋਰ ਬਣ ਗਿਆ ਤੁਹਾਡਾ। ਚਲੋ ਜੀ 7th ਦਾ ਦੇਖੋ ਹੁਣ, 7th ਦਾ ਤੁਸੀਂ ਕੀ ਲਗਾਇਆ? ਹੀ ਫੈਲਟ ਸੋ ਹੈਪੀ ਜਾਂ ਪ੍ਰਾਊਡ ਲਗਾਇਆ ਤੁਸੀਂ? ਕੀ ਲਗਾਇਆ ਗਾ? ਪ੍ਰਾਊਡ, ਵੈਰੀ ਗੁੱਡ, ਫਿਰ ਇਹ ਵੀ ਸਹੀ ਆ ਤੁਹਾਡਾ, ਇਹਦਾ ਵੀ ਆਨਸਰ ਸਹੀ ਆ। 8th ਵਨ ਦਾ ਦੇਖੋ ਹੁਣ ਕੀ ਆ? ਆਈ ਡੋਂਟ ਟੂ ਯੂਅਰ ਐਨੀ ਮੋਰ, ਕੀ ਆ? ਬਿਲੋਂਗ, ਦੇਖੋ ਇਹੀ ਲਾਇਆ ਤੁਸੀਂ। ਓਕੇ ਨੈਕਸਟ ਵਨ, ਹੀ ਥੋਟ ਦੈਟ ਨਾਓ ਹੀ ਸ਼ੁੱਡ ਲਿਵ ਅਮੰਗ ਦੈਮ, ਜਦੋਂ ਉਹਨੂੰ ਲੱਗਿਆ ਕਿ ਮੈਂ ਤਾਂ ਹੁਣ ਪੀਕੌਕ ਬਣ ਗਿਆ, ਅਤੇ ਫਿਰ ਉਹਨੇ ਕੀ ਸੋਚਿਆ? ਕਿਹਨਾਂ ਨਾਲ ਜਾ ਕੇ ਰਹਿਣਾ? ਕਿਹਨਾਂ ਦੇ ਵਿਚਕਾਰ ਰਹਿਣਾ? ਪੀਕੌਕਸ ਦੇ। ਸੋ ਇਹਦਾ ਆਨਸਰ ਵੀ ਏ ਆ ਬੇਟਾ। 10th ਵਨ, ਸੋ ਹੀ ਵੈਂਟਡ ਟੂ ਜੁਆਇਨ ਦ ਪ੍ਰਾਈਡ ਆਫ ਦ ਪੀਕੌਕਸ ਬਟ ਪੀਕੌਕਸ, ਜਦੋਂ ਉਹ ਮੋਰਾਂ ਦੇ ਕੋਲ ਪਹੁੰਚਿਆ ਤਾਂ ਮੋਰਾਂ ਨੇ ਕੀ ਕੀਤਾ? ਉੱਤੇ ਉਹਦਾ ਮਜ਼ਾਕ ਉਡਾਇਆ, ਉੱਤੇ ਹੱਸੇ। ਸੋ ਲਾਫਟ, ਇਹਦਾ ਆਨਸਰ ਆ ਸੀ। ਲਓ ਜੀ ਹੁਣ ਚੈੱਕ ਕਰ ਲਓ ਤੁਹਾਡੇ ਕਿੰਨੇ ਨੰਬਰ ਆਏ ਨੇ, ਠੀਕ ਹੈ। ਫਿਰ ਦੱਸਣਾ ਜਾ ਕੇ ਤੁਸੀਂ ਆਪਣੇ ਟੀਚਰ ਨੂੰ, ਅਤੇ ਨੋਟ ਡਾਊਨ ਕਰ ਲੈਣਾ ਇਹਨੂੰ। ਇੱਥੇ ਅਗਰ 1 ਅੱਧਾ ਨੰਬਰ ਘੱਟ ਵੀ ਰਹਿ ਗਿਆ ਕੋਈ ਗੱਲ ਨਹੀਂ, ਜਦੋਂ ਹੁਣ ਤੁਹਾਡਾ ਪ੍ਰੈਕਟੀਕਲ ਹੋਊਗਾ ਫਿਰ ਤੁਹਾਡੇ ਉਹ 'ਚੋਂ ਪੂਰੇ ਹੋਣੇ ਚਾਹੀਦੇ ਨੇ, ਠੀਕ ਹੈ। ਲਓ ਜੀ ਹੁਣ ਆ ਜਾਓ ਅਗਲੇ ਪਾਰਟ ਵੱਲ, ਸਪੀਕਿੰਗ ਪਾਰਟ ਵੱਲ। ਸਪੀਕਿੰਗ ਪਾਰਟ ਦੇ ਵਿੱਚ ਤੁਹਾਨੂੰ ਪਤਾ ਹੁਣ ਤੱਕ ਤੁਸੀਂ 3 ਪ੍ਰੈਕਟਿਸ ਸ਼ੀਟਸ ਕਰ ਲਈਆਂ ਨੇ ਕਿ ਪਹਿਲਾਂ ਕੁਐਸਚਨ ਪੁੱਛੇ ਜਾਂਦੇ ਆ ਜਨਰਲ, ਜਿਨ੍ਹਾਂ ਦਾ ਅਸੀਂ ਕਰਨਾ ਹੁੰਦਾ ਆਨਸਰ। ਦੇਖੋ ਅੱਜ ਕਿਹੜੇ ਕੁਐਸਚਨ ਆਏ ਨੇ ਇਸ ਪ੍ਰੈਕਟਿਸ ਸ਼ੀਟ ਨੰਬਰ 4 ਦੇ ਵਿੱਚ। ਪਹਿਲਾ ਕੀ ਹੈ? ਹੈਵ ਯੂ ਨੋਟਡ ਡਾਊਨ ਦਾ ਹੋਮਵਰਕ, ਕੀ ਤੁਸੀਂ ਜਿਹੜਾ ਆਪਦਾ ਹੋਮਵਰਕ ਆ ਨੋਟ ਡਾਊਨ ਕਰ ਲਿਆ? ਹੁਣ ਦੇਖੋ ਤੁਸੀਂ ਇਹਦਾ ਕੀ ਆਨਸਰ ਦੇ ਸਕਦੇ ਹੋ? ਜੈਸ ਆਈ ਹੈਵ ਡਨ, ਜਾਂ ਜੈਸ ਆਈ ਹੈਵ ਨੋਟਡ ਡਾਊਨ ਦਾ ਹੋਮਵਰਕ ਇਨ ਮਾਈ ਡਾਇਰੀ। ਸੋ ਤੁਸੀਂ ਇਹਨੂੰ 2 ਤਰੀਕਿਆਂ ਨਾਲ 3 ਤਰੀਕਿਆਂ ਨਾਲ ਆਨਸਰ ਦੇ ਸਕਦੇ। ਜੈਸ ਆਈ ਹੈਵ, ਜੈਸ ਆਈ ਹੈਵ ਡਨ, ਜੈਸ ਆਈ ਹੈਵ ਨੋਟਡ ਡਾਊਨ ਦਾ ਹੋਮਵਰਕ ਇਨ ਮਾਈ ਡਾਇਰੀ। ਓਕੇ ਹੁਣ ਸੈਕਿੰਡ ਕੀ ਆ? ਹੈਵ ਯੂ ਪ੍ਰਪੇਅਰਡ ਫॉर ਦਾ ਟੈਸਟ। ਹਜੇ ਤੁਸੀਂ ਇੱਥੇ ਮੈਂ ਸਿਰਫ ਬੋਲ ਕੇ ਆਨਸਰ ਦੱਸ ਰਹੀ ਹਾਂ, ਸੁਣੋ। ਫਿਰ ਜਦੋਂ ਲਿਖਣ ਵਾਲਾ ਪਾਰਟ ਆਊ ਉਦੋਂ ਲਿਖ ਲਿਓ, ਪਹਿਲਾਂ ਧਿਆਨ ਨਾਲ ਸੁਣ ਲਓ, ਠੀਕ ਆ। ਕਹਿੰਦੇ ਕੀ ਤੁਸੀਂ ਆਪਣੇ ਟੈਸਟ ਤਿਆਰ ਕਰ ਲਿਆ? ਅਤੇ ਫਿਰ ਅਸੀਂ ਕੀ ਕਹਾਂਗੇ? ਜੈਸ ਜਾਂ ਨੋ ਦੋਨੇ ਹੀ ਆਨਸਰ ਹੋ ਸਕਦੇ ਆ, ਉੱਪਰਲੇ ਦੇ ਵੀ ਦੋਨੇ ਕਰ ਸਕਦੇ ਹਾਂ ਅਸੀਂ, ਪਰ ਮੋਸਟਲੀ ਜੈਸ ਹੀ ਕਹਿਣਾ ਚਾਹੀਦਾ ਹੈ ਨਾ। ਸੋ ਫਿਰ ਹੁਣ ਟੈਸਟ ਪ੍ਰਪੇਅਰ ਕਰ ਲਿਆ, ਜੇ ਤਾਂ ਜੈਸ ਆ ਫਿਰ ਲਿਖੂੰਗੇ ਜੈਸ ਆਈ ਹੈਵ ਪ੍ਰਪੇਅਰਡ ਫॉर ਦ ਟੈਸਟ। ਅਗਰ ਨਹੀਂ ਹੈਗਾ ਫਿਰ ਨੋ ਆਈ ਹੈਵ ਨੋਟ ਪ੍ਰਪੇਅਰਡ ਫॉर ਦ ਟੈਸਟ, ਠੀਕ ਹੈ। ਸੋ ਥਰਡ ਕੁਐਸਚਨ, ਵਾਈ ਵਰ ਯੂ ਐਬਸੈਂਟ ਯੈਸਟਰਡੇ, ਕੱਲ੍ਹ ਤੁਸੀਂ ਐਬਸੈਂਟ ਕਿਉਂ ਸੀ, ਹੈ ਨਾ। ਇਹ ਕਿਉਂ ਪੁੱਛਿਆ ਜਾ ਰਿਹਾ ਸਾਨੂੰ, ਅਤੇ ਫਿਰ ਹੁਣ ਉਹਦਾ ਕੀ ਰੀਜ਼ਨ ਹੋ ਸਕਦਾ? ਤੁਸੀਂ ਬਿਮਾਰ ਹੋ ਸਕਦੇ ਹੋ, ਤੁਸੀਂ ਇਹ ਲਿਖਿਆ ਆਈ ਵਾਜ਼ ਇਲ, ਜਾਂ ਬਿਕਾਊਜ਼ ਆਈ ਵਾਜ਼ ਨੋਟ ਵੈਲ, ਕਿਉਂਕਿ ਮੈਂ ਠੀਕ ਨਹੀਂ ਸੀ ਇਸ ਲਈ ਐਬਸੈਂਟ ਸੀ, ਹੈ ਨਾ। ਓਕੇ ਨੈਕਸਟ ਆ, ਵਾਟ ਇਜ਼ ਯੂਅਰ ਮਦਰ ਟੰਗ। ਮਦਰ ਟੰਗ ਮੀਨਸ ਹੁੰਦਾ ਤੁਹਾਡੀ ਮਾਤਰ ਭਾਸ਼ਾ, ਜਿਹੜੇ ਇਲਾਕੇ ਦੇ ਵਿੱਚ ਤੁਸੀਂ ਰਹਿੰਦੇ ਹੋ, ਜੋ ਤੁਸੀਂ ਆਲੇ ਦੁਆਲੇ ਬੋਲਦੇ ਸੁਣਦੇ ਹੋ, ਆਪਣੀ ਲੈਂਗੁਏਜ ਭਾਸ਼ਾ ਬੋਲਦੇ ਸੁਣਦੇ ਹੋ, ਉਹ ਤੁਹਾਡੀ ਮਦਰ ਟੰਗ ਆ। ਤੁਸੀਂ ਕੀ ਸੁਣਦੇ ਹੋ ਆਲੇ ਦੁਆਲੇ, ਕੀ ਬੋਲਦੇ ਹੋ? ਪੰਜਾਬੀ। ਤੁਹਾਡੇ ਮੰਮੀ ਡੈਡੀ ਕੀ ਬੋਲਦੇ? ਪੰਜਾਬੀ। ਸੋ ਪੰਜਾਬੀ ਇਜ਼ ਮਾਈ ਮਦਰ ਟੰਗ, ਵੈਰੀ ਗੁੱਡ। ਹਾਂਜੀ ਹੁਣ ਨੈਕਸਟ, ਵਿਚ ਇਜ਼ ਯੂਅਰ ਫੇਵਰਟ ਫੂਡ, ਤੁਹਾਡਾ ਪਸੰਦੀਦਾ ਖਾਣਾ ਕਿਹੜਾ ਹੈ, ਇਹ ਪੁੱਛਿਆ ਜਾ ਰਿਹਾ। ਹੁਣ ਤੁਸੀਂ ਪਹਿਲਾਂ ਉਸ ਖਾਣੇ ਦਾ ਨਾਮ ਲੈਣਾ ਗਾ ਜਿਹੜਾ ਵੀ ਤੁਹਾਡਾ ਫੇਵਰਟ ਆ। ਬੱਚੇ ਮੋਸਟਲੀ ਪੀਜ਼ਾ ਹੀ ਕਹਿੰਦੇ ਆ, ਪੀਜ਼ਾ ਇਜ਼ ਮਾਈ ਫੇਵਰਟ ਫੂਡ, ਹੈ ਨਾ। ਤੁਸੀਂ ਇਹਨੂੰ ਪਰ ਇਸ ਤਰੀਕੇ ਨਾਲ ਵੀ ਕਹਿੰਦੇ ਆਈ ਲਾਈਕ ਟੂ ਈਟ ਪੀਜ਼ਾ। ਇਹਦਾ ਵੀ 2 ਤਰੀਕਿਆਂ ਨਾਲ ਅਸੀਂ ਆਨਸਰ ਦੇ ਸਕਦੇ ਹਾਂ। ਆ ਲਓ ਜੀ ਹੁਣ ਤੁਹਾਡੇ ਕੋਲ ਲਿਖਤੀ ਆ ਗਏ, ਹੁਣ ਇਹਨਾਂ ਨੂੰ ਨੋਟ ਡਾਊਨ ਕਰੋ ਬੇਟਾ। ਜਿੱਦਾਂ ਮੈਂ ਤੁਹਾਨੂੰ ਸਮਝਾਇਆ ਉਹੀ ਚੀਜ਼ ਆ, ਜਿੱਥੇ ਤੇ ਫੇਵਰਟ ਦੇ ਮੂਹਰੇ ਮੈਂ ਜਗ੍ਹਾ ਛੱਡੀ ਆ 5ਵੇਂ ਦੇ ਵਿੱਚ, ਉੱਥੇ ਤੁਸੀਂ ਆਪਣਾ ਫੇਵਰਟ ਫੂਡ ਲਿਖ ਲੈਣਾ, ਜੋ ਵੀ ਆ ਤੁਹਾਡਾ, ਸਮੋਸਾ, ਜਲੇਬੀ, ਕੜੀ ਚੌਲ, ਰਾਜਮਾ ਚੌਲ, ਪੀਜ਼ਾ, ਬਰਗਰ, ਜੋ ਵੀ ਤੁਹਾਡਾ ਫੇਵਰੇਟ ਹੈ, ਠੀਕ ਹੈ। ਇਹਨੂੰ ਇੱਦਾਂ ਵੀ ਬੋਲ ਸਕਦੇ ਹਾਂ, ਅਤੇ ਥੱਲੇ ਮੈਂ ਲਿਖਿਆ ਆਈ ਲਾਈਕ ਟੂ ਈਟ, ਇੱਦਾਂ ਵੀ ਬੋਲ ਸਕਦੇ ਹਾਂ, ਠੀਕ ਹੈ। ਜਿਹੜਾ ਸੈਕਿੰਡ ਹੈ ਉਹ ਜੈਸ ਔਰ ਨੋ ਦੋਨਾਂ ਤਰੀਕਿਆਂ ਨਾਲ ਆਨਸਰ ਦਿੱਤਾ ਜਾ ਸਕਦਾ। ਸੋ ਇਹਨੂੰ ਕਰੋ ਨੋਟ ਡਾਊਨ ਅਤੇ ਫਿਰ ਇਹਨੂੰ ਕਰ ਲਓ ਲਰਨ ਬੇਟਾ। ਲਓ ਜੀ ਹੁਣ ਸੈਕਿੰਡ ਪਾਰਟ ਦੇਖੋ, ਇਹਦੇ 'ਚ ਕੀ ਹੈ? ਇਹਦੇ 'ਚ ਵੀ ਸਾਨੂੰ ਪਿਕਚਰ ਦਿੱਤੀ ਹੈ ਇਸ ਲੈਸਨ ਨਾਲ ਰਿਲੇਟਡ, ਅਤੇ ਕੁਝ ਦਿੱਤੇ ਨੇ ਸਾਨੂੰ ਸਾਈਡ 'ਤੇ ਵਰਡਸ।
ਉਹਨਾਂ ਵਰਡਸ ਨੂੰ ਯੂਜ਼ ਕਰਦੇ ਹੋਏ ਅਸੀਂ ਇਸ ਪਿਕਚਰ ਨੂੰ ਡਿਸਕ੍ਰਾਈਬ ਕਰਨਾ। ਇਸ ਪਿਕਚਰ ਬਾਰੇ ਘੱਟੋ ਘੱਟ 5 ਸੈਂਟੈਂਸ ਬੋਲਣੇ ਆ, ਵੱਧ ਵੀ ਬੋਲ ਸਕਦੇ ਹਾਂ ਜਿੰਨੇ ਮਰਜ਼ੀ, ਠੀਕ ਹੈ। ਸੋ ਲਓ ਹੁਣ ਫਿਰ ਆਪਾਂ ਇਹਦੇ 'ਤੇ ਬੋਲਦੇ ਹਾਂ। ਫਿਰ ਕੀ ਕੀ ਦਿਖ ਰਿਹਾ ਪਿਕਚਰ ਦੇ ਵਿੱਚ? ਸਾਨੂੰ ਕਰੋ ਦਿਖ ਰਿਹਾ। ਕਰੋ ਦੇ ਖੰਭ ਕਿੱਦਾਂ ਦੇ ਹੁੰਦੇ ਨੇ? ਬਲੈਕ ਹੁੰਦੇ ਨੇ। ਸੋ ਪਹਿਲਾ ਹੀ ਪੁਆਇੰਟ ਸਾਡੇ ਕੋਲ ਕੀ ਪਿਆ? ਬਲੈਕ ਫੈਦਰਸ। ਫਿਰ ਅਸੀਂ ਕੀ ਕਹਾਂਗੇ? ਦ ਕਰੋ ਹੈਜ਼ ਬਲੈਕ ਫੈਦਰਸ। ਨੈਕਸਟ ਵਰਡ ਆ ਪੀਕੌਕ ਦਿਖ ਰਹੇ ਨੇ। ਪੀਕੌਕਸ ਦੇ ਖੰਭ ਕਿੱਦਾਂ ਦੇ ਨੇ? ਕਲਰਫੁੱਲ ਨੇ। ਸੋ ਫਿਰ ਅਸੀਂ ਉਹਦੇ ਲਿਖਿਆ ਹੋਇਆ ਦੇਖੋ ਸੈਕੰਡ ਹਿੰਟ, ਕਲਰਫੁੱਲ ਫੈਦਰਸ। ਆਪਾਂ ਕਹਿ ਸਕਦੇ ਹਾਂ ਦ ਪੀਕੌਕ ਹੈਜ਼ ਕਲਰਫੁੱਲ ਫੈਦਰਸ। ਓਕੇ, ਨੈਕਸਟ ਦੇਖੋ ਹੋਰ ਕੀ ਦਿਖ ਰਿਹਾ ਹੈਗਾ। ਪੀਕੌਕ ਨੇ ਜਿਹੜੇ ਉਹ ਕੀ ਲੱਗਦੇ ਨੇ? ਬਹੁਤ ਸੋਹਣੇ ਲੱਗਦੇ ਨੇ। ਬਿਊਟੀਫੁੱਲ ਦਿੱਤਾ ਹੋਇਆ, ਹੁਣ ਅਸੀਂ ਬਿਊਟੀਫੁੱਲ 'ਤੇ ਇੱਕ ਸੈਂਟੈਂਸ ਬਣਾ ਦਿਓ। ਦ ਪੀਕੌਕ ਲੁੱਕ ਵੈਰੀ ਬਿਊਟੀਫੁੱਲ। ਦ ਪੀਕੌਕ ਲੁੱਕਸ ਵੈਰੀ ਬਿਊਟੀਫੁੱਲ, ਇਵੇਂ ਵੀ ਲਿਖ ਸਕਦੇ ਹੋ। ਓਕੇ, ਅਗਲਾ ਵਰਡ ਕੀ ਆ ਗਿਆ? ਪੀਕੌਕ, ਬਿਊਟੀਫੁੱਲ ਦਾ ਆਪੋਜਿਟ ਆ ਗਿਆ ਅਗਲੀ, ਹੈ ਨਾ, ਭੱਦਾ ਜਿਹਨੂੰ ਆਪਾਂ ਕਹਾਂਗੇ। ਫਿਰ ਕਰੋ ਪੀਕੌਕ ਦੇ ਮੁਕਾਬਲੇ ਕੀ ਲੱਗ ਰਿਹਾ ਸੀ? ਅਗਲੀ ਲੱਗ ਰਿਹਾ ਸੀ। ਫਿਰ ਤੁਸੀਂ ਲੱਗ ਰਿਹਾ ਸੀ ਜਾਂ ਨਹੀਂ ਲੱਗ ਰਿਹਾ ਸੀ, ਹੈ ਨਾ। ਉਹ ਤਾਂ ਉਹ ਸੋਚਦਾ, ਕਰੋ ਸੋਚਦਾ ਕਿ ਮੈਂ ਭੱਦਾ ਲੱਗਦਾ, ਪੀਕੌਕ ਸੋਹਣੇ ਨੇ, ਬਟ ਨੇਚਰ ਨੇ, ਪ੍ਰਮਾਤਮਾ ਨੇ ਜੋ ਵੀ ਚੀਜ਼ ਬਣਾਈ ਉਹ ਸੋਹਣੀ ਆ, ਹੈ ਨਾ। ਸੋ ਫਿਰ ਆਪਾਂ ਇੱਥੇ ਇਹਨੂੰ ਕੁਐਸਚਨ ਦੇ ਰੂਪ ਵਿੱਚ ਵੀ ਪੁੱਛ ਸਕਦੇ ਹਾਂ, ਇਜ਼ ਦਾ ਕਰੋ ਲੁਕਡ ਅਗਲੀ? ਕਿ ਜਿਹੜਾ ਕਾਂ ਗਾ ਉਹ ਭੱਦਾ ਲੱਗਦਾ ਸੀ, ਭੈੜਾ ਲੱਗਦਾ ਸੀ, ਹੈ ਨਾ। ਸੋ ਨੈਕਸਟ ਆ ਗਿਆ ਟਰੀ ਵਰਡ। ਦੇਖੋ ਹੁਣ ਟਰੀ ਨੂੰ ਕਿਵੇਂ ਯੂਜ਼ ਕਰਾਂਗੇ। ਵਨ ਡੇ ਦ ਕਰੋ ਵਾਸ ਸਿਟਿੰਗ ਔਨ ਦ ਟਰੀ। ਇੱਕ ਦਿਨ ਕਰੋ ਸੀ ਜਿਹੜਾ ਦਰਖਤ 'ਤੇ ਬੈਠਾ ਸੀ, ਹਾਂ। ਸੋ ਇਹ ਹੋ ਗਿਆ। ਨੈਕਸਟ ਹੈਗਾ ਲੌਂਗ ਵੀਕ। ਵੀਕ ਹੁੰਦੀ ਹੈ ਚੁੰਝ। ਹੁਣ ਦੋਨਾਂ 'ਚੋਂ ਕਿਹਦੀ ਚੁੰਝ ਲੌਂਗ ਆ? ਕਰੋ ਦੀ ਲੌਂਗ ਆ ਨਾ, ਤਾਂ ਫਿਰ ਅਸੀਂ ਲਿਖ ਦਾਂਗੇ ਦ ਕਰੋ ਹੈਜ਼ ਅ ਲੌਂਗ ਬੀਕ। ਅਗਰ ਪੀਕੌਕ ਸਮਾਲ 'ਚ ਕਿਹੜੀ ਆ? ਪੀਕੌਕ ਦੀ ਹੈ, ਤਾਂ ਉੱਥੇ ਅਸੀਂ ਪੀਕੌਕ ਕਰ ਦਾਂਗੇ ਕਰੋ ਦੀ ਜਗ੍ਹਾ 'ਤੇ। ਦ ਕਰੋ ਹੈਜ਼ ਅ ਸਮਾਲ ਬੀਕ। ਸੋ ਇਹ ਹੋ ਗਏ ਸੈਂਟੈਂਸ ਇਸ ਪਿਕਚਰ ਨੂੰ ਡਿਸਕ੍ਰਾਈਬ ਕਰਦੇ ਹੋਏ। ਲਓ ਹੁਣ ਇਹ ਮੈਂ ਤੁਹਾਡੇ ਕੋਲ ਲਿਖ ਦਿੱਤੇ ਨੇ ਇੱਥੇ, ਤੁਸੀਂ ਇਹਨਾਂ ਨੂੰ ਕਰ ਲਓ ਬੇਟਾ ਨੋਟ ਡਾਊਨ। ਲਾਸਟ ਵਾਲੇ ਦੋ ਮੈਂ ਲਿਖੇ ਨਹੀਂ, ਲੌਂਗ ਪੀਕ ਔਰ ਸਮਾਲ ਬੀਕ, ਸਿੰਪਲ ਹੀ ਆ, ਤੁਸੀਂ ਲਿਖ ਸਕਦੇ ਹੋ ਦ ਕਰੋ ਹੈਜ਼ ਅ ਲੌਂਗ ਬੀਕ, ਦ ਪੀਕੌਕ ਹੈਜ਼ ਅ ਸਮਾਲ ਬੀਕ, ਠੀਕ ਹੈ। ਸੋ ਇਹ ਹੋ ਗਏ ਤੁਹਾਡੇ ਸਪੀਕਿੰਗ ਪਾਰਟ 2 ਐਕਟ। ਇਹ ਹੈਗੀ ਸੀ ਪ੍ਰੈਕਟਿਸ ਸ਼ੀਟ ਨੰਬਰ ਕਿੰਨਵੀਂ ਸੀ? 4th। ਲੈਸਨ ਨੰਬਰ ਕਿਹੜੇ 'ਤੇ ਬੇਸਡ ਆ? 6th 'ਤੇ। ਸੋ ਸਤੰਬਰ ਟੈਸਟ ਤੱਕ ਲਈ ਇਹਨਾਂ ਵਿੱਚੋਂ ਹੀ ਆ ਜਾਣਾ ਤੁਹਾਡਾ ਜਿਹੜਾ ਲਿਸਨਿੰਗ ਔਰ ਸਪੀਕਿੰਗ ਪ੍ਰੈਕਟੀਕਲ ਆ। ਸੋ ਇਹਨੂੰ ਸਾਰੇ ਨੂੰ ਕਰ ਲਓ ਚੰਗੇ ਤਰੀਕੇ ਨਾਲ ਯਾਦ। ਅਤੇ ਇਦੋਂ ਪਹਿਲਾਂ ਵਾਲੀਆਂ ਵੀ ਜਿਹੜੀਆਂ 3 ਵੀਡੀਓਜ਼ ਇਸੇ ਨਾਲ ਰਿਲੇਟਡ ਲਿਸਨਿੰਗ ਨਾਲ ਪਾਈਆਂ ਨੇ ਉਹ ਜ਼ਰੂਰ ਦੇਖ ਲੈਣੀਆਂ ਨੇ ਬੇਟਾ। ਫਸਟ ਲੈਸਨ ਦੀ, 3rd ਲੈਸਨ ਦੀ, 4th ਲੈਸਨ ਦੀ ਐਂਡ 6th ਲੈਸਨ ਦੀ। ਅਤੇ ਆਪਣੇ ਦੋਸਤਾਂ ਨਾਲ ਕਰਨੀ ਇਹਨੂੰ ਸ਼ੇਅਰ, ਅਤੇ ਇਹਨੂੰ ਯਾਦ ਕਰਕੇ ਪ੍ਰੈਕਟਿਸ ਕਰਨੀ ਆ ਆਪਣੇ ਦੋਸਤਾਂ ਦੇ ਨਾਲ, ਠੀਕ ਹੈ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ 'ਚ। ਹੁਣ ਆਪਾਂ ਵਰਕ ਬੁੱਕ ਨਾਲ ਰਿਲੇਟਡ ਵੀਡੀਓਜ਼ ਬਣਾਵਾਂਗੇ ਕਿਉਂਕਿ ਲੈਸਨ ਵੀ ਕੰਪਲੀਟ ਹੋ ਗਏ ਨੇ, ਲਿਸਨਿੰਗ ਵਾਲਾ ਪਾਰਟ ਵੀ ਕੰਪਲੀਟ ਹੋ ਗਿਆ, ਠੀਕ ਹੈ। ਸੋ ਮਿਲਦੇ ਹਾਂ ਹੁਣ ਨੈਕਸਟ ਵੀਡੀਓ 'ਚ। ਬਾਏ ਬਾਏ।